किसान जिहड़ा ਉਹ ਆਪਣੀ ਬਿਲਕੁਲ ਘੱਟ ਕੀਮਤ ਤੇ ਫਸਲ ਵੇਚ ਕੇ ਆਉਂਦਾ ਪਰ ਫਿਰ ਵੀ ਜਿਹੜੇ ਸਾਡੇ ਦੇਸ਼ ਦੇ ਜਿਹੜੇ ਮੰਤਰੀ ਨੇ ਲੀਡਰ ਨੇ ਉਹ ਇਹਨਾਂ ਤੋਂ ਫਸਲ ਲੈ ਕੇ ਗਾਂ ਡਬਲ ਕੀਮਤ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਵੇਚਦੇ ਤੇ ਕਾਰਪੋਰੇਟ ਘਰਾਣੇ ਗਾਂ ਉਤੋਂ ਵੀ ਡਬਲ ਕੀਮਤ ਦੇ ਵਿੱਚ ਸਾਨੂੰ ਫਿਰ ਜਨਤਾ ਨੂੰ ਜਿਹੜੀ ਮਿਲ ਰਹੀ ਹੈ। ਅੱਜ ਲਗਭਗ 10 ਮਹੀਨੇ ਤੋਂ ਉੱਪਰ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਲੱਗਾ ਹੋਇਆ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਪਰ ਸਰਕਾਰ ਅਜੇ ਤੱਕ ਵੀ ਗੱਲ ਸੁਣ ਕੇ ਰਾਜੀ ਨਹੀਂ ਆ। ਹੁਣ ਵੀ 2022 ਇਲੈਕਸ਼ਨ ਆ ਰਹੀ ਆ 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੀ ਆ ਜੋ ਬੀਜੇਪੀ ਨੂੰ ਲੱਗਦਾ ਕਿ ਸ਼ਾਇਦ ਅਸੀਂ ਇੱਥੋਂ ਜਿੱਤ ਪਾਵਾਂਗੇ ਪਰ ਇਹ ਕਿਸਾਨੀ ਅੰਦੋਲਨ ਦਾ ਕਰਕੇ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ। ਸਤਿ ਸ਼੍ਰੀ ਅਕਾਲ ਵੀ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਸਵਾਗਤ ਕਰਦੀ ਹਾਂ। ਇਸ ਵਕਤ ਅਸੀਂ ਜਲੰਧਰ ਦੇ ਬੱਸ ਸਟੈਂਡ ਦੇ ਉੱਤੇ ਮੌਜੂਦ ਹਾਂ। ਕਿਸਾਨੀ ਅੰਦੋਲਨ ਨੂੰ ਲੈ ਕੇ ਅਸੀਂ ਇੱਥੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਪਨਬਸ ਦੇ ਪ੍ਰਧਾਨ ਦਿਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਬਰੂਹਾਂ ਦੇ ਉੱਤੇ ਬੈਠੇ ਹੋਏ ਲਗਾਤਾਰ 9 ਮਹੀਨੇ ਹੋ ਚੁੱਕੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦਾ ਹੱਲ ਹੋਵੇਗਾ ਜਾਂ ਨਹੀਂ? ਜ਼ਰੂਰ ਹੋਊਗਾ ਜੀ। ਦੇਖੋ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ, ਕੁੱਲ ਦੁਨੀਆ ਦਾ ਇੱਕ ਪੇਟ ਭਰਨ ਵਾਲਾ ਜੋ ਅੰਨ ਉਗਾਉਂਦਾ ਧਰਤੀ ਤੋਂ, ਇੰਨੀ ਮਿਹਨਤ ਕਰਦਾ ਪਰ ਸਰਕਾਰਾਂ ਬਿਲਕੁਲ ਵੀ ਉਹਨਾਂ ਦੀ ਗੱਲ ਸੁਣ ਕੇ ਰਾਜੀ ਨਹੀਂ ਆ। ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ। ਬਾਕੀ ਦੂਜੇ ਨੰਬਰ ਤੇ ਇੱਕ ਕਮਾਈ ਵਾਲਾ ਸਾਧਨ ਆ ਕਿਉਂਕਿ ਕਿਸਾਨ ਜਿਹੜਾ ਉਹ ਆਪਣੀ ਬਿਲਕੁਲ ਘੱਟ ਕੀਮਤ ਤੇ ਫਸਲ ਵੇਚ ਕੇ ਆਉਂਦਾ ਪਰ ਫਿਰ ਵੀ ਜਿਹੜੇ ਸਾਡੇ ਦੇਸ਼ ਦੇ ਜਿਹੜੇ ਮੰਤਰੀ ਨੇ ਲੀਡਰ ਨੇ ਉਹ ਇਹਨਾਂ ਤੋਂ ਫਸਲ ਲੈ ਕੇ ਗਾਂ ਡਬਲ ਕੀਮਤ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਵੇਚਦੇ ਤੇ ਕਾਰਪੋਰੇਟ ਘਰਾਣੇ ਗਾਂ ਉਤੋਂ ਵੀ ਡਬਲ ਕੀਮਤ ਦੇ ਵਿੱਚ ਸਾਨੂੰ ਫਿਰ ਜਨਤਾ ਨੂੰ ਜਿਹੜੀ ਮਿਲ ਰਹੀ ਹੈ। ਹੁਣ ਕਿਸਾਨੀ ਬਿੱਲ ਦੀ ਗੱਲ ਕਰਦੇ ਹਾਂ। ਅੱਜ ਲਗਭਗ 10 ਮਹੀਨੇ ਤੋਂ ਉੱਪਰ ਕਿਸਾਨੀ ਮੋਰਚਾ ਦਿੱਲੀ ਦੇ ਵਿੱਚ ਲੱਗਾ ਹੋਇਆ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਨੇ ਪਰ ਸਰਕਾਰ ਅਜੇ ਤੱਕ ਵੀ ਗੱਲ ਸੁਣ ਕੇ ਰਾਜੀ ਨਹੀਂ ਆ। ਅਸੀਂ ਪੰਜਾਬ ਰੋਡਵੇਜ਼ ਵੱਲੋਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕਿ ਸਰਕਾਰ ਜਿਹੜੀ ਨੂੰ ਇਸ ਗੱਲਬਾਤ ਦੇ ਦੌਰ ਤੇ ਆਉਣਾ ਚਾਹੀਦਾ ਔਰ ਜੋ ਸਮਝੌਤੇ ਕੀਤੇ ਹੋਏ ਕਾਰਪੋਰੇਟ ਘਰਾਣਿਆਂ ਨਾਲ। ਅੱਜ ਜੇ ਅਸੀਂ ਆਮ ਜਨਤਾ ਦੀ ਗੱਲ ਕਰਦੇ ਹਾਂ, ਜੇ ਕੋਈ ਜਨਤਾ ਇਹ ਸੋਚਦੀ ਆ, ਪਬਲਿਕ ਇਹ ਸੋਚਦੀ ਆ ਵੀ ਸ਼ਾਇਦ ਇਹ ਮਸਲਾ ਕਿਸਾਨਾਂ ਦਾ, ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ, ਆਮ ਵਰਗ ਦਾ ਮਸਲਾ ਵਾ। ਔਰ ਜਿੰਨੇ ਵੀ ਅੱਜ ਕੱਲ੍ਹ ਦੁਕਾਨ ਰੇਹੜੀ ਫੜੀ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਬਿੱਲ ਲਾਗੂ ਹੋ ਜਾਂਦੇ ਨੇ ਤੇ ਉਹਨਾਂ ਵਾਸਤੇ ਵੀ ਬੜੀ ਮੁਸੀਬਤ ਆ ਕਿਉਂਕਿ ਬੜੇ ਬੜੇ ਮਾਲ ਖੁੱਲਣਗੇ। ਕੋਈ ਵੀ ਚੀਜ਼ ਅਸੀਂ ਲੈਣੀ ਹੈ, ਕੋਈ ਅਸੀਂ ਕਿਲੋ ਗੰਢੇ ਵੀ ਲੈਣੇ, ਪਿਆਜ਼ ਲੈਣੇ ਤੇ ਸਾਨੂੰ ਮਾਲ ਸ਼ੋਰੂਮ ਦੇ ਵਿੱਚੋਂ ਜਾ ਕੇ ਲੈਣੇ ਪੈਣਗੇ। ਇੰਨੇ ਮਾੜੇ ਬਿੱਲ ਹੈ ਆਮ ਲੋਕਾਂ ਵਾਸਤੇ ਵੀ। ਜਿਵੇਂ ਕਰਨਾਲ ਦੇ ਵਿੱਚ ਖੱਟੜ ਸਰਕਾਰ ਨੇ ਕਿਸਾਨਾਂ ਦੇ ਅੱਗੇ ਗੋਡੇ ਟੇਕ ਦਿੱਤੇ, ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ ਵੀ ਕਿਸਾਨਾਂ ਦੇ ਅੱਗੇ ਗੋਡੇ ਟੇਕੇਗੀ ਜਾਂ ਨਹੀਂ? ਜੀ ਬਿਲਕੁਲ, ਕਿਉਂਕਿ ਬੰਗਾਲ ਦੇ ਵਿੱਚ ਵੀ ਇੱਕ ਮੋਦੀ ਸਰਕਾਰ ਨੂੰ ਬੜੀ ਆਪਣੀ ਆਪ ਸੀ ਕਿ ਮੈਂ ਸ਼ਾਇਦ ਬੰਗਾਲ ਚੋਣਾਂ ਜਿੱਤ ਲਵਾਂਗਾ ਪਰ ਉੱਥੇ ਕਿਸਾਨਾਂ ਨੇ ਜਦੋਂ ਬੰਗਾਲ ਦੇ ਵਿੱਚ ਜਾ ਕੇ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਤੇ ਉੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਵੀ 2022 ਇਲੈਕਸ਼ਨ ਆ ਰਹੀ ਆ 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣੀ ਆ ਜੋ ਬੀਜੇਪੀ ਨੂੰ ਲੱਗਦਾ ਕਿ ਸ਼ਾਇਦ ਅਸੀਂ ਇੱਥੋਂ ਜਿੱਤ ਪਾਵਾਂਗੇ ਪਰ ਇਹ ਕਿਸਾਨੀ ਅੰਦੋਲਨ ਦਾ ਕਰਕੇ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ। ਤੀਜੇ ਨੰਬਰ ਤੇ ਜਿਹੜੀ ਇੱਥੇ ਇਹਨਾਂ ਨੇ ਲਾਠੀਚਾਰਜ ਕੀਤੀ ਆ ਕਰਨਾਲ ਦੇ ਵਿੱਚ, ਸ਼ਾਂਤਮਈ ਪ੍ਰੋਗਰਾਮ ਸੀ ਕਿਸਾਨਾਂ ਦਾ ਔਰ ਉੱਥੋਂ ਦਾ ਪ੍ਰਸ਼ਾਸਨ ਔਰ ਉੱਥੋਂ ਦੀ ਸਰਕਾਰ ਨੇ ਜਿਹੜਾ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਉਹਦੀ ਨਿਖੇਧੀ ਕਰਦੇ ਆ ਔਰ ਬਿਨਾਂ ਸ਼ਰਤ ਜਿਹੜੇ ਉਹ ਅਫਸਰ ਜਿਨ੍ਹਾਂ ਨੇ ਆਰਡਰ ਦਿੱਤੇ ਹੋਏ ਨੇ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਔਰ ਜਿੰਨੇ ਵੀ ਇਸ ਸੰਘਰਸ਼ ਦੇ ਵਿੱਚ ਪੀੜਤ ਜਿਨ੍ਹਾਂ ਤੇ ਲਾਠੀ ਚਾਰਜ ਹੋਇਆ, ਮੌਤ ਹੋਈ ਆ ਜਾਂ ਇੰਜ ਆਈ ਆ, ਕਿਸੇ ਦੇ ਸੱਟਾਂ ਲੱਗੀਆਂ, ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਬਿਨਾਂ ਸ਼ਰਤ ਉਹਨਾਂ ਨੂੰ ਪੱਕੀ ਨੌਕਰੀ ਹਰਿਆਣਾ ਸਰਕਾਰ ਦੇਵੇ। ਸਾਡੀ ਇਹ ਅਪੀਲ ਆ। ਜਿਵੇਂ ਤੁਸੀਂ ਕਿਹਾ ਕਿ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਂਦਾ ਹੈ ਪਰ ਕਿਸਾਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਦੇ ਹਾਂ ਪਰ ਕਿਉਂ ਫਿਰ ਪ੍ਰਸ਼ਾਸਨ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਕਿ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾਵੇ? ਜੀ ਇਹ ਅੰਦੋਲਨ ਨੂੰ ਫੇਲ ਕਰਨ ਦੀਆਂ ਇਸ ਸਰਕਾਰ ਦੀਆਂ ਚਾਲਾਂ ਵਾ। ਤੁਸੀਂ ਬਾਰਡਰਾਂ ਤੇ ਵੇਖੋ ਕਈ ਉਹਨਾਂ ਨੇ ਆਪਣੇ ਬੀਜੇਪੀ ਦੇ ਜਿਹੜੇ ਉਹ ਸੀਗੇ ਅੰਨੇ ਭਗਤ ਲਾ ਲਓ, ਉਹ ਆ ਕੇ ਉਹਨਾਂ ਤੇ ਲਾਠੀ ਚਾਰਜ ਕੀਤਾ, ਟੈਂਟ ਨੂੰ ਅੱਗ ਲਾ ਦਿੱਤੀ, ਉਹਨਾਂ ਤੇ ਪੱਥਰ ਬਰਸਾਏ ਗਏ, ਹੋਰ ਕਈ ਤਰੀਕਾਂ ਦਾ ਇਹੋ ਜਿਹਾ ਉਹਨਾਂ ਨੇ ਹੁੱਲੜਬਾਜ਼ੀ ਉੱਥੇ ਕੀਤੀ ਕਿਉਂਕਿ ਉਹ ਮੋਰਚਾ ਖੰਡੇੜਨ ਦੇ ਚੱਕਰ ਦੇ ਵਿੱਚ ਆ ਬੀਜੇਪੀ ਸਰਕਾਰ। ਬਾਕੀ ਕਿਸਾਨ ਸਾਡੇ ਜਿਹੜੇ ਉਹਨਾਂ ਦੇ ਲੀਡਰ ਸੂਝਵਾਨ ਆ, ਜਨਤਾ ਜਿਹੜੀ ਉਹਨਾਂ ਨਾਲ ਜੁੜੀ ਹੋਈ ਉਹ ਸੂਝਵਾਨ ਆ ਕਿਉਂਕਿ ਉਹ ਆਪਣੀ ਇੱਕ ਅਣਖ ਦੀ ਗੱਲ ਰੱਖ ਕੇ ਬੈਠ ਗਏ ਨੇ। ਹੁਣ ਉਹ ਜਾਂ ਜਿੱਤ ਕੇ ਆਉਣਗੇ ਜਾਂ ਮਰ ਕੇ ਆਉਣਗੇ। ਆਸ ਬੜੀ ਆ ਵੀ ਜਿਹੜਾ ਇਹ ਮੋਰਚਾ ਜ਼ਰੂਰ ਉਥੋਂ ਜਿੱਤ ਹੋਊਗਾ। ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਕਿਸਾਨਾਂ ਦੀ ਹਮਾਇਤੀ ਹੈ? ਦੇਖੋ ਜੀ, ਜੇ ਤੇ ਇਹਨਾਂ ਲੀਡਰਾਂ ਦੀ ਗੱਲ ਕਰੀਏ ਤੇ ਉਹ ਇਲੈਕਸ਼ਨ ਤੋਂ ਪਹਿਲਾਂ ਤੇ ਹਰ ਕੋਈ ਕਹਿੰਦਾ ਮੈਂ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿਆਂਗਾ, ਮੈਂ ਕਿਸਾਨਾਂ ਦੇ ਹੱਕ ਵਿੱਚ ਆ ਪਰ ਜਦੋਂ ਵੀ ਸੱਤਾ ਵਿੱਚ ਆ ਜਾਂਦੇ ਨੇ ਕਿਸੇ ਵੀ ਕਿਸਾਨ ਦੀ ਉਹ ਬਾਂਹ ਨਹੀਂ ਫੜ ਕੇ ਰਾਜੀ ਕਿਉਂਕਿ ਨਾ ਤੇ ਜੇ ਫਸਲਾਂ ਦੀ ਕੋਈ ਗੱਲ ਆ ਤੇ ਉਹ ਨਹੀਂ ਕਰਕੇ ਰਾਜੀ। ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਵੀ ਕੇਂਦਰ ਦੇ ਨਾਲ ਰਲੀਆਂ ਹੋਈਆਂ ਨੇ ਕਿਉਂਕਿ ਭ੍ਰਿਸ਼ਟਾਚਾਰ ਇੰਨਾ ਵਧਿਆ ਹੋਇਆ, ਇੰਨੇ ਜਿਹਨੇ ਲੀਡਰ ਜ਼ਿਆਦਾਤਰ 90% ਲੀਡਰ ਜਿਹੜੇ ਹਰ ਇੱਕ ਪਾਰਟੀ ਦੇ ਉਹ ਭ੍ਰਿਸ਼ਟਾਚਾਰ ਦੇ ਵਿੱਚ ਜਗੜੇ ਹੋਏ ਨੇ ਤੇ ਜਿਨ੍ਹਾਂ ਦੀਆਂ ਜਾਂਚ ਏਜੰਸੀਆਂ ਉਹ ਕੇਂਦਰ ਦੇ ਵਿੱਚ ਆ ਤੇ ਕੇਂਦਰ ਤੋਂ ਆਪਣੀ ਇਹ ਜਾਨ ਬਚਾਉਣ ਦੇ ਵਾਸਤੇ ਹੁਣ ਕੈਪਟਨ ਦੇ ਹੀ ਲਾ ਲਓ ਉਹਨਾਂ ਦੇ ਰਣਇੰਦਰ ਸਿੰਘ ਬੇਟੇ ਨੂੰ ਔਰ ਉਹਨਾਂ ਨੂੰ ਕਈ ਤਰ੍ਹਾਂ ਦੇ ਸੰਮਣ ਜਿਹੜੇ ਈਡੀ ਵੱਲੋਂ ਆ ਚੁੱਕੇ ਨੇ, ਜਿਹੜਾ ਉਹਨਾਂ ਦਾ ਸਵਿਸ ਬੈਂਕਾਂ 'ਚ ਖਾਤੇ ਆ ਤੇ ਉਹ ਸਾਰੀ ਜਾਂਚ ਏਜੰਸੀ ਕੇਂਦਰ ਦੇ ਅੰਡਰ ਆ ਤੇ ਇਸ ਕਰਕੇ ਥੋੜ੍ਹਾ ਜਿਹਾ ਦਬਾਅ ਹੇਠ ਚੱਲਦੇ ਨੇ ਕੇਂਦਰ ਦੇ, ਜਿਹੜਾ ਕਿਸਾਨਾਂ ਨੂੰ ਇਹਦੇ ਵਿੱਚ ਨੁਕਸਾਨ ਹੋ ਰਿਹਾ। ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਕਿਸਾਨ ਆਗੂਆਂ ਦੇ ਨਾਲ
ਮੀਟਿੰਗ ਕੀਤੀ ਗਈ ਸਿਆਸੀ ਪਾਰਟੀਆਂ ਨਾਲ। ਕਿਸਾਨਾਂ ਦਾ ਕਹਿਣਾ ਸੀ ਕਿ ਰੈਲੀਆਂ ਨੂੰ ਬੰਦ ਕਰ ਦਿੱਤਾ ਜਾਵੇ, ਜੇ ਰੈਲੀਆਂ ਕੀਤੀਆਂ ਗਈਆਂ ਤਾਂ ਕਿਸਾਨ ਵਿਰੋਧੀ ਹੋਵੇਗਾ। ਤੁਹਾਨੂੰ ਕੀ ਲੱਗਦਾ ਕਿ ਸਿਆਸੀ ਪਾਰਟੀਆਂ ਬੰਦ ਕਰਨਗੀਆਂ ਆਪਣੀਆਂ ਰੈਲੀਆਂ? ਦੇਖੋ ਜੀ, ਇਹ ਤੇ ਉਹਨਾਂ ਦਾ ਆਪਣੇ ਵੋਟ ਬੈਂਕ ਕਰਕੇ ਆਪਣੀਆਂ ਸਿਆਸੀ ਰੈਲੀਆਂ ਜੋ ਕਰਦੇ ਨੇ। ਬਾਕੀ ਕਿਸਾਨ ਜਥੇਬੰਦੀ ਬਿਲਕੁਲ ਸਹੀ ਆਪਣੇ ਚੱਲ ਰਹੀ ਆ। ਕੋਈ ਵੀ ਕਿਸੇ ਪਾਰਟੀ ਦੇ ਨਾਲ ਉਹਨਾਂ ਦਾ ਲਿੰਕ ਨਹੀਂ ਹੈਗਾ। ਬਾਕੀ ਪੰਜਾਬ ਦੀ ਜਨਤਾ, ਬਾਹਰ ਦੂਸਰੀ ਸਟੇਟਾਂ ਦੀ ਜਨਤਾ ਵੀ ਬਿਲਕੁਲ ਨਿੱਤਰ ਕੇ ਸਾਹਮਣੇ ਆ ਰਹੀ ਆ ਇਸ ਵਿਰੋਧ ਦੇ ਵਿੱਚ, ਕਿਸਾਨੀ ਬਿੱਲ ਦੇ ਵਿਰੋਧ, ਕਿਉਂਕਿ ਹਰ ਇੱਕ ਪੱਖੋਂ ਮਾਰੂ ਹੈ। ਇੱਕ ਆਮ ਜਨਤਾ ਤੋਂ ਲੈ ਕੇ ਤੇ ਥੱਲੇ ਤੋਂ ਲੈ ਕੇ ਉੱਪਰ ਤੱਕ ਇਹ ਜਿਹੜਾ ਬਿੱਲ ਆ ਬਹੁਤ ਜ਼ਿਆਦਾ ਮਾੜਾ ਹੈ ਤੇ ਸਾਰੀ ਜਨਤਾ ਇਹਦਾ ਵਿਰੋਧ ਕਰ ਰਹੀ ਹੈ। ਕਿਹੜੀ ਪਾਰਟੀ ਕਿਸਾਨਾਂ ਦੀ ਹਿਮਾਇਤੀ ਹੈ? ਦੇਖੋ ਜੀ, ਕੋਈ ਵੀ ਪਾਰਟੀ ਕਿਸਾਨਾਂ ਦੀ ਹਿਮਾਇਤੀ ਨਹੀਂ ਆ, ਸਿਰਫ ਆਪਣੇ ਵੋਟ ਬੈਂਕ ਕਰਕੇ ਕਿਸਾਨਾਂ ਦੀ ਹਮਾਇਤ ਕਰਦੇ ਨੇ। ਤੁਸੀਂ ਖੁਦ ਦੇਖ ਲਓ, ਕਰਨਾਲ ਦੇ ਵਿੱਚ ਜੋ ਲਾਠੀਚਾਰਜ ਕੀਤਾ ਖੱਟਰ ਸਰਕਾਰ ਨੇ, ਤੇ ਬਾਅਦ ਦੇ ਵਿੱਚ ਜਾਂਚ ਕਰਕੇ ਅਧਿਕਾਰੀਆਂ ਦੇ ਉੱਪਰ ਸਾਰੀ ਗੱਲ ਸੁੱਟ ਦਿੱਤੀ ਵੀ ਅਧਿਕਾਰੀਆਂ ਨੇ ਆਪਣੀ ਮਰਜ਼ੀ ਨਾਲ, ਕਿਉਂਕਿ ਅਧਿਕਾਰੀ ਆਪਣੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਜਿਨ੍ਹਾਂ ਤੇ ਉੱਪਰੋਂ ਸਰਕਾਰ ਦਾ ਦਬਾਅ ਨਹੀਂ ਹੁੰਦਾ। ਸੋ ਇਸ ਕਰਕੇ ਕੋਈ ਵੀ ਜਿਹੜੀ ਪਾਰਟੀ ਆ, ਪੋਲੀਟੀਕਲ ਪਾਰਟੀ ਆ, ਕਿਸਾਨਾਂ ਦੀ ਹਮਾਇਤ 'ਚ ਨਹੀਂ ਗਈ, ਸਿਰਫ ਆਪਣੇ ਵੋਟ ਬੈਂਕ ਦਾ ਹੀ ਮਤਲਬ ਹੈ ਉਹਨਾਂ ਨੂੰ। ਜਦੋਂ ਸਿਆਸੀ ਪਾਰਟੀਆਂ ਦੇ ਵੱਲੋਂ ਰੈਲੀਆਂ ਕੀਤੀਆਂ ਜਾਂਦੀਆਂ, ਕਿਸਾਨਾਂ ਦੇ ਵੱਲੋਂ ਉਹਨਾਂ ਦਾ ਸਵਾਲ ਜਵਾਬ ਕੀਤੇ ਜਾਂਦੇ ਨੇ ਉਹਨਾਂ ਨੂੰ ਘੇਰ ਕੇ, ਪਰ ਬਾਅਦ ਵਿੱਚ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਕਿ ਇਹ ਕਾਂਗਰਸ ਦੀ ਪਾਰਟੀ ਸੀ, ਕਾਂਗਰਸ ਦੇ ਬੰਦੇ ਸੀ, ਆਮ ਆਦਮੀ ਪਾਰਟੀ ਦੇ ਬੰਦੇ ਸੀ। ਪਰ ਜਿਹੜੇ ਕਿਸਾਨ ਜੋ ਸੜਕਾਂ ਦੇ ਉੱਤੇ ਉਤਰੇ ਹੋਏ ਨੇ, ਆਪਣੇ ਹੱਕਾਂ ਦੇ ਲਈ ਲੜ ਰਹੇ ਨੇ, ਫਿਰ ਉਹ ਕੌਣ ਨੇ? ਉਹ ਸਿਰਫ ਕਿਸਾਨ ਹੀ ਨੇ ਜੀ। ਇਹ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਇਹ ਸਿਰਫ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਹਿ ਦਿੰਦੇ ਨੇ ਕਿ ਜਾਂ ਇਹ ਕਾਂਗਰਸ ਵਾਲੇ ਕਹਿ ਦਿੰਦੇ ਅਕਾਲੀਆਂ ਨਾਲ ਸਮਰਥਨ ਆ, ਜਾਂ ਕਹਿ ਦਿੰਦੇ ਭਾਜਪਾ ਨਾਲ ਸਮਰਥਨ ਆ। ਜਿਹੜੇ ਕਿਸਾਨ ਉੱਥੇ ਧਰਨਿਆਂ ਤੇ ਬੈਠੇ, ਉਹਨਾਂ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਲੈਣ ਦੇ ਨਹੀਂਗਾ। ਇਹ ਸਿਰਫ ਆਪਣੇ ਬਚਾਅ ਖਾਤਰ, ਕਿਉਂਕਿ ਜਿੱਥੇ ਵੀ ਪਿੰਡਾਂ ਸ਼ਹਿਰਾਂ 'ਚ ਵੋਟਾਂ ਮੰਗਣ ਲਈ ਜਾ ਰਹੇ ਜਾਂ ਆਪਣੀ ਰੈਲੀ ਕਰਦੇ, ਉੱਥੇ ਡਟ ਕੇ ਵਿਰੋਧ ਕਰਦੇ ਇਹਨਾਂ ਦਾ। ਉਹ ਸਿਰਫ ਕਿਸਾਨ ਨੇ, ਉਹਨਾਂ ਦੇ ਨਾਲ ਕਿਸੇ ਵੀ ਪਾਰਟੀ ਦਾ ਕੋਈ ਵੀ ਲੈਣ ਦੇ ਨਹੀਂ। ਕਿਸਾਨਾਂ ਦੀ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਨੂੰ ਬਰੂਹਾਂ ਦੇ ਉੱਤੇ ਬੈਠੇ ਹੋਏ ਲਗਾਤਾਰ 9 ਮਹੀਨੇ ਹੋ ਚੁੱਕੇ ਨੇ। ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦਾ ਹੱਲ ਹੋਵੇਗਾ ਜਾਂ ਨਹੀਂ? हल तो होनी चाहिए। किसान इतने मेहनत करने के बावजूद भी सही से उचित मूल्य पे उसको नहीं मिलता। सब्जी उगाते हैं, इतने मेहनत करते हैं। हम लोग ऐसे जैसे बड़े बड़े लोग अपने घर में आईएससी में जाके खाना खाते हैं, वो लोग बेचारे किसान धूप में बैठे खेत में जाके उसको खाना मिलता है। ये सब समस्या, फिर भी उसको मुआवजा जितना चाहिए उतना नहीं मिल पाता है। ये चीज़ है। लेकिन किसान को ये चीज़, सरकार को ये सुननी चाहिए कि किसान कैसा है, क्यों नहीं है, कितना मेहनत करने के बावजूद उसे कुछ नहीं मिलता, तो उसे अन्न उपजाने के या सब्जी उपजाने के बाद भी उसका उचित मूल्य नहीं मिलता है। इसके लिए सरकार को सुननी चाहिए, यही मैं बोलूँगा। ਅਸੀਂ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਪ੍ਰਸ਼ਾਸਨ ਜੋ ਹੈ ਹਾਲੇ ਤੱਕ ਵੀ ਕਿਸਾਨਾਂ ਦੇ ਹੱਕਾਂ ਦੇ ਵਿੱਚ ਗੱਲ ਨਹੀਂ ਕਰ ਰਿਹਾ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸਰਕਾਰ ਦਾ ਅਸੀਂ ਵਿਰੋਧ ਕਰਾਂਗੇ ਤੇ ਕਿਸਾਨਾਂ ਦੇ ਹੱਕਾਂ ਲਈ ਅਸੀਂ ਡਟੇ ਰਹਾਂਗੇ। ਕੈਮਰਾਮੈਨ ਸ਼ਿਵਮ ਦੇ ਨਾਲ ਮੈਂ ਮਨਪ੍ਰੀਤ ਵੀ ਪੰਜਾਬੀ।